ਪਿਛਲੇ ਦਿਨਾਂ ਤੋਂ ਤੁਸੀਂ ਤੁਹਾਡੇ ਤੋਂ ਇਹ ਜਾਣਦੇ ਆ ਰਹੇ ਹਾਂ ਮਹਾਰਾਸ਼ਟਰ 'ਚ ਕੀ ਕੁਝ ਵਾਪਰ ਰਿਹਾ, ਉੱਥੋਂ ਹੀ ਗੱਲ ਅੱਜ ਵੀ ਸ਼ੁਰੂ ਕਰੀਏ। ਪੰਨੂ ਸਾਹਿਬ, ਸਿਆਸੀ ਜੰਗ ਉੱਥੇ ਵੀ ਜਾਰੀ ਹੈ ਤੇ ਠਾਕਰੇ ਪਰਿਵਾਰ ਚੁਫੇਰਿਓਂ ਘਿਰ ਗਿਆ। ਐਕਚੁਅਲੀ ਮੈਂ ਇਹਨੂੰ ਇਸ ਐਂਗਲ ਤੋਂ ਵੀ ਦੇਖਦਾ ਮੇਰੇ ਦੀ ਕਿ ਜਿਹਨੇ ਪਰਿਵਾਰ ਪ੍ਰਮੋਟ ਕੀਤਾ ਉਹ ਸਿਆਸਤ ਦੇ ਵਿੱਚ ਨਾ ਦੀ ਉਹ ਘਿਰਿਆ ਜੀ। ਤੁਸੀਂ ਇੱਥੇ ਹਰਿਆਣੇ ਤੋਂ ਦੇਖ ਲਓ, ਹਰਿਆਣੇ ਦੇ ਵਿੱਚ ਚੌਟਾਲਾ ਪਰਿਵਾਰ ਦੀ ਤੂਤੀ ਬੋਲਦੀ ਸੀ ਕਿਸੇ ਵੇਲੇ ਔਰ ਉਹਨਾਂ ਤੋਂ ਬਿਨਾ ਪੱਤਾ ਨਹੀਂ ਸੀ ਹਿਲਦਾ। ਅੱਜ ਚੌਟਾਲਾ ਪਰਿਵਾਰ ਕਿੱਥੇ ਆ? ਚੌਟਾਲਾ ਪਰਿਵਾਰ ਦੇ ਇੱਕ ਮੈਂਬਰ ਨੇ, ਦੁਸ਼ਯੰਤ ਚੌਟਾਲਾ ਨੇ, ਇੱਕ ਨਵੀਂ ਪਾਰਟੀ ਜਨ ਨਾਇਕ ਜਨਤਾ ਪਾਰਟੀ ਬਣਾ ਲਈ ਤੇ 10 ਕੁ ਸੀਟਾਂ ਲੈ ਲਈਆਂ। ਪਰ ਇਸ ਵੇਲੇ ਹਾਲਾਤ ਇਹ ਨੇ ਕਿ ਉਹ ਲੋਕਲ ਚੋਣਾਂ ਦੇ ਵਿੱਚ ਵੀ ਆਪਣੇ ਉਮੀਦਵਾਰ ਨਹੀਂ ਜਿਤਾ ਸਕਿਆ ਜੀ। ਉਹਦੇ ਹਾਲਾਤ ਇਹੋ ਜਿਹੇ ਬਣ ਗਏ ਕਿਉਂਕਿ ਸਮਝ ਆ ਗਈ ਨਾ ਲੋਕਾਂ ਨੂੰ ਡਿਊਰਿੰਗ ਕਿਸਾਨ ਅੰਦੋਲਨ ਦੇ ਵੀ ਇਹ ਤਾਂ ਉਹੀ ਨੇ ਜੀ। ਅੱਛਾ, ਉਸ ਤੋਂ ਬਾਅਦ ਤੁਸੀਂ ਜੇ ਇੱਥੇ ਪੰਜਾਬ ਦੇ ਵਿੱਚ ਆ ਜਾਓ ਤੇ ਬਾਦਲ ਪਰਿਵਾਰ ਤੁਹਾਡੇ ਸਾਹਮਣੇ ਆ ਕਿਹੋ ਜਿਹੇ ਹਾਲਾਤ ਉਹਦੇ ਬਣੇ। ਔਰ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੇ ਵਾਸਤੇ ਅਕਾਲੀ ਦਲ ਬਾਦਲ ਦਾ ਭੱਠਾ ਬਹਿ ਗਿਆ ਬਿਲਕੁਲ। ਇਸ ਵੇਲੇ ਉਹ ਹਾਸ਼ੀਏ ਦੇ ਉੱਤੇ ਚਲੇ ਗਿਆ। ਠਾਕਰੇ ਪਰਿਵਾਰ, ਬਾਲ ਠਾਕਰੇ ਜਿੰਨੀ ਦੇਰ ਤੱਕ ਸ਼ਿਵ ਸੈਨਿਕਾਂ ਨੂੰ ਜਿਹੜਾ ਉਹ ਕਿੰਗ ਬਣਾਉਂਦੇ ਰਹੇ, ਕਿੰਗ ਮੇਕਰ ਬਣ ਕੇ, ਉਨੀ ਦੇਰ ਤੱਕ ਮੈਂ ਸਮਝਦਾ ਕਿ ਸ਼ਿਵ ਸੈਨਾ ਦੀ ਪੂਰੀ ਚੜ੍ਹਾਈ ਰਹੀ। ਜਦੋਂ ਊਧਵ ਠਾਕਰੇ ਦੇ ਹੱਥ ਦੇ ਵਿੱਚ ਗੇਮ ਆਈ ਤੇ ਊਧਵ ਠਾਕਰੇ ਨੇ ਆਪਣੇ ਆਪ ਨੂੰ ਜਿਹੜਾ ਉਹ ਪ੍ਰਮੋਟ ਕਰ ਲਿਆ। ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈ ਇਸ ਤਰ੍ਹਾਂ ਦਾ ਫਾਇਰ ਬੈਕ ਕੀਤੀ ਆ ਕਿ ਅੱਜ ਹਾਲਾਤ ਇਹ ਨੇ ਵੀ ਮਹਾਰਾਸ਼ਟਰ ਦੀ ਸਰਕਾਰ ਤਾਂ ਬਚਦੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦਿੰਦੀ, ਸ਼ਿਵ ਸੈਨਾ ਵੀ ਬਚਦੀ ਨਹੀਂ ਦਿਸ ਰਹੀ ਕਿ ਸ਼ਿਵ ਸੈਨਾ ਕਿੱਥੇ ਜਿਹੜਾ ਉਹ ਐਗਜ਼ਿਸਟ ਕਰੂਗੀ ਆਉਣ ਵਾਲੇ ਸਮੇਂ ਦੇ ਦੌਰਾਨ। ਊਧਵ ਠਾਕਰੇ ਦੀ ਕੁਰਸੀ ਦੇ ਉੱਤੇ ਤਾਂ ਸੰਕਟ ਹੈਗਾ, ਇਸ ਵੇਲੇ ਸ਼ਿਵ ਸੈਨਾ ਦੇ ਉੱਤੇ ਵੀ ਮੁਕੰਮਲ ਸੰਕਟ ਹੈ। ਏਕਨਾਥ ਸ਼ਿੰਦੇ ਜਿਹਦੇ ਕੋਲੇ ਇੰਨੇ ਕੁ ਵਿਧਾਇਕ ਹੈਗੇ ਆ ਕਿ ਉਹ ਕਿਸੇ ਪਾਸੇ ਵੀ ਜਾ ਸਕਦਾ। ਦੇਖੋ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਜੇ ਇਹ ਕਹਿ ਦਿੱਤਾ ਜਾਵੇ ਕਿ ਕੱਲ ਨੂੰ ਸ਼ਿੰਦੇ ਸੈਨਾ ਬਣ ਜੂਗੀ, ਇਹ ਪੋਸੀਬਲ ਨਹੀਂਗਾ। ਸ਼ਿਵ ਸੈਨਾ ਤਾਂ ਸ਼ਿਵ ਸੈਨਾ ਸੀ, ਉਹ ਹੈ ਆ, ਪਰ ਕੱਲ ਰਹੂਗੀ ਅਜੇ ਕੱਲ ਦਾ ਕੁਝ ਨਹੀਂ ਪਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਆ, ਇੱਕ ਖੂਹ ਆ, ਉਹ ਫੜ ਕੇ ਵਿੱਚ ਉਹਦੇ ਸੁੱਟੀ ਜਾਂਦੀ ਆ। ਬਾਅਦ ਦੇ ਵਿੱਚ ਕੀ ਹੁੰਦਾ ਇਹ ਸਭ ਨੂੰ ਪਤਾ। ਜਿਹੜੇ ਪੰਜਾਬ ਦੇ ਵਿੱਚੋਂ ਵੀ ਕਾਂਗਰਸੀ ਗਏ ਆ, ਹਾਲਾਤ ਉਹਨਾਂ ਦੇ ਕੀ ਬਣਨੇ ਆ ਕਹਿਣ ਦੀ ਲੋੜ ਨਹੀਂ, ਕੁਝ ਸਮੇਂ ਤੋਂ ਬਾਅਦ ਲੋਕਾਂ ਨੇ ਆਪ ਹੀ ਮਹਿਸੂਸ ਕਰ ਲੈਣਾ। ਹੁਣ ਸਵਾਲ ਜਿਹੜਾ ਮਹਾਰਾਸ਼ਟਰ ਦੀ ਸਿਆਸਤ ਦੇ ਉੱਤੇ ਇਹ ਚੱਲ ਰਿਹਾ ਕਿ ਇੰਟੈਲੀਜੈਂਸੀ ਕਿੱਥੇ ਗਈ ਹੋਈ ਸੀਗੀ। ਕੀ ਇੰਟੈਲੀਜੈਂਸੀ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਇੰਨੇ ਐਮਐਲਏ ਜਿਹੜੇ ਨੇ ਉਹ ਊਧਵ ਠਾਕਰੇ ਨੂੰ ਛੱਡ ਕੇ ਗੁਜਰਾਤ ਦੇ ਸ਼ਹਿਰ ਸੂਰਤ ਦੇ ਵਿੱਚ ਜਾ ਰਹੇ ਨੇ ਟਿਲ। ਜਦੋਂ ਤੱਕ ਇਹ ਨਹੀਂ ਪਤਾ ਲੱਗਿਆ, ਇਹ ਖਬਰਾਂ ਨਹੀਂ ਬਾਹਰ ਆ ਗਈਆਂ ਕਿ ਉਹ ਉੱਥੇ ਪਹੁੰਚ ਚੁੱਕੇ ਹੋਏ ਨੇ। ਗ੍ਰਹਿ ਮੰਤਰਾਲੇ ਜਿਹੜਾ ਮਹਾਰਾਸ਼ਟਰ ਦਾ ਉਹ ਐਨਸੀਪੀ ਨੂੰ ਦਿੱਤਾ ਹੋਇਆ ਸੀਗਾ ਤੇ ਦਿਲੀਪ ਪਾਟਿਲ ਵਲਸੇ ਉਹਦੇ ਮੰਤਰੀ ਸੀਗੇ। ਇਹ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਐਨਸੀਪੀ ਦੇ ਸੁਪਰੀਮੋ ਸ਼ਰਦ ਪਵਾਰ ਹੋਰਾਂ ਦੀ ਜਿਹੜੀ ਇਹਦੇ ਵਿੱਚ ਰੋਲ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ। ਵੱਡਾ ਸਵਾਲ ਇਹ ਆ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਕਿ ਸ਼ਿਵ ਸੈਨਾ ਦਾ ਇੱਕ ਬਾਗੀ ਨੇਤਾ ਉੱਠਦਾ, 36 ਵਿਧਾਇਕਾਂ ਨੂੰ ਨਾਲ ਲੈ ਕੇ ਸੂਰਤ ਪਹੁੰਚ ਜਾਂਦਾ ਤੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਇਹ ਕਿਹਾ ਜਾਂਦਾ ਹੈ ਕਿ ਜੇ ਊਧਵ ਠਾਕਰੇ ਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਹੋ ਸਕਦਾ ਸੀਗਾ ਕਿ ਉਹ ਇਸ ਬਗਾਵਤ ਨੂੰ ਠੱਲ ਲੈਂਦਾ। ਪਰ ਜਿਹੜੇ ਇਹਦੇ ਵਿੱਚ ਸ਼ਰਦ ਪਵਾਰ ਨੇ ਉਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ। ਹੁਣ ਸਵਾਲ ਇਹਦੇ ਵਿੱਚ ਇਹ ਵੀ ਉੱਠ ਰਿਹਾ ਹੈ ਕਿ ਸ਼ਰਦ ਪਵਾਰ ਤੇ ਪ੍ਰਧਾਨ ਮੰਤਰੀ ਹੋਰਾਂ ਦੀ ਜਿਹੜੀ ਆਪਸੀ ਦੋਸਤੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਕੀ ਇਹ ਉੱਥੋਂ ਕਿਸੇ ਜਗ੍ਹਾ ਤੋਂ ਗੜਬੜ ਹੋਈ ਆ? ਕਿਉਂਕਿ ਜਦੋਂ ਇਹ ਸਰਕਾਰ ਬਣੀ ਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਸ ਵਿਅਕਤੀ ਦਾ ਸੀ ਉਹ ਸ਼ਰਦ ਪਵਾਰ ਦਾ ਸੀ। ਜੇ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋਵੇ ਤੇ ਸ਼ਰਦ ਪਵਾਰ ਹੋਰੀ ਐਕਟਿਵ ਨਹੀਂ ਤੁਹਾਨੂੰ ਦਿਸਦੇ ਕਿਸੇ ਵੀ ਜਗ੍ਹਾ ਦੇ ਉੱਤੇ। ਐਕਟਿਵ ਇੰਨੇ ਕੁ ਨਜ਼ਰ ਆਉਂਦੇ ਆ ਵੀ ਹਾਂ ਜਿੰਨੀ ਖਬਰ ਦੇ ਰੂਪ ਦੇ ਵਿੱਚ ਕੋਈ ਗੱਲ ਬਾਹਰ ਨਾ ਜਾਵੇ। ਉਹ ਊਧਵ ਠਾਕਰੇ ਨੂੰ ਮਿਲਦੇ ਆ ਇਹ ਕਹਿਣ ਦੇ ਵਾਸਤੇ ਵੀ ਏਦਾਂ ਕਰੋ, ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਜਿਹੜਾ ਉਹ ਬਣਾ ਦਿਓ, ਇੰਨੀ ਕੁ ਗੱਲ ਦੇ ਵਾਸਤੇ ਮਿਲਦੇ ਆ। ਜੇ ਸ਼ਰਦ ਪਵਾਰ ਚਾਹੁੰਦੇ ਏਕਨਾਥ ਸ਼ਿੰਦੇ ਤੇ ਜਿਹੜੇ ਉਹ ਪੱਟ ਕੇ ਨਾਲ ਲੈ ਕੇ ਗਿਆ ਉਹ ਉਹਨਾਂ ਤੋਂ ਬਾਹਰ ਨਹੀਂ ਸੀ ਜਾ ਸਕਦੇ। ਇਸ ਗੱਲ ਦਾ ਚਰਚਾ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਲੀ ਜਾਂਦਾ ਜੀ। ਇਹ ਕਿਹਾ ਜਾ ਰਿਹਾ ਕਿ ਜਿਹੜਾ ਗ੍ਰਹਿ ਮੰਤਰਾਲਾ ਇਹ ਕਿਤੇ ਨਾ ਕਿਤੇ ਲੀਕੇਜ ਉੱਥੋਂ ਹੋਈ ਆ। ਜੇ ਵੇਖਿਆ ਜਾਵੇ ਤਾਂ ਜਿਹੜੇ ਐਨਸੀਪੀ ਦੇ 2 ਮੰਤਰੀ ਨਵਾਬ ਮਲਿਕ ਤੇ ਅਨਿਲ ਦੇਸ਼ਮੁਖ ਉਹ ਜੇਲ੍ਹ ਦੇ ਵਿੱਚ ਨੇ। ਇਹ ਕਿਹਾ ਜਾ ਰਿਹਾ ਕਿ ਕਿਤੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਇਹ ਸਾਰੀ ਗੇਮ ਪਲਾਨ ਤਾਂ ਨਹੀਂ ਕੀਤੀ ਗਈ। ਦੂਜਾ ਜਿਹੜੀ ਐਨਸੀਪੀ ਆ
ਉਹਦੀ ਹੋਂਦ ਵੀ ਮਹਾਰਾਸ਼ਟਰ ਦੇ ਵਿੱਚ ਹੀ ਹੈ, ਜਿਵੇਂ ਸ਼ਿਵ ਸੈਨਾ ਦੀ ਹੋਂਦ ਮਹਾਰਾਸ਼ਟਰ ਦੇ ਵਿੱਚ ਹੈ। ਸ਼ਿਵ ਸੈਨਾ ਜੇ ਕਮਜ਼ੋਰ ਪੈਂਦੀ ਹੈ ਤੇ ਐਨਸੀਪੀ ਜਿਹੜੀ ਉਹ ਸਟਰੋਂਗ ਹੋਊਗੀ, ਕਿਉਂਕਿ ਕੋਈ ਨਾ ਕੋਈ ਖੇਤਰੀ ਪਾਰਟੀ ਤਾਂ ਸਟਰੋਂਗ ਹੁੰਦੀ ਆ ਜਿੱਥੇ ਵੀ ਇੱਕ ਪਾਰਟੀ ਕਮਜ਼ੋਰ ਹੁੰਦੀ ਹੈ। ਕਿ ਸ਼ਿਵ ਸੈਨਾ ਨੂੰ ਸਾਈਡਲਾਈਨ ਕਰਕੇ ਐਨਸੀਪੀ ਨੂੰ ਪ੍ਰਮੋਟ ਕਰਨ ਦੇ ਯਤਨ ਨੇ। ਸ਼ਰਦ ਪਵਾਰ ਹੋਰੀ ਆਪਣੇ ਜਿਉਂਦੇ ਜੀ ਐਨਸੀਪੀ ਨੂੰ ਇੱਥੋਂ ਤੱਕ ਪ੍ਰਮੋਟ ਕਰ ਦੇਣਾ ਚਾਹੁੰਦੇ ਆ ਕਿ ਬਾਅਦ ਦੇ ਵਿੱਚ ਵੀ ਇਹ ਪਾਰਟੀ ਚੱਲਦੀ ਰਹੇ, ਜਿਉਂਦੀ ਰਹੇ, ਵੀ ਇਹ ਸਾਰਾ ਕੁਝ ਉਹਦੇ ਵਿੱਚੋਂ ਨਿਕਲਿਆ ਹੋਇਆ ਤਾਂ ਨਹੀਂ। ਸਿਆਸਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਪੁੱਤ ਨੇ ਕਿਹਾ ਸੀ ਪਿਓ ਨੂੰ ਵੀ ਮੈਂ ਸਿਆਸਤ 'ਚ ਆਉਣਾ, ਉਹ ਕਹਿੰਦਾ ਐਡਾ ਆਉਣਾ ਸੌਖਾ ਨਹੀਂ, ਕੋਈ ਨਹੀਂ ਗੱਲ ਕਰਾਂਗੇ। ਇੱਕ ਦਿਨ ਉਹ ਕੋਠੇ ਤੇ ਖੜਾ ਸੀਗਾ ਤੇ ਥੱਲੇ ਪਿਓ ਨੇ ਇਹ ਕਿਹਾ ਵੀ ਛਾਲ ਮਾਰ, ਉਹ ਕਹਿੰਦਾ ਡਿੱਗ ਪੂੰਗਾ, ਕਹਿੰਦਾ ਬੋਚ ਲੂੰਗਾ, ਥੱਲੇ ਡਿੱਗਿਆ, ਲੱਤਾਂ ਟੁੱਟ ਗਈਆਂ ਤੇ ਉਹ ਕਹਿੰਦਾ ਪਹਿਲਾ ਸਬਕ ਹੈ ਵੀ ਸਕੇ ਪਿਓ ਤੇ ਵੀ ਵਿਸ਼ਵਾਸ ਨਹੀਂ ਕਰਨਾ। ਜੀ ਜੀ ਪੰਨੂ ਸਾਹਿਬ, ਇੱਧਰ ਪੰਜਾਬ ਦੇ ਵਿੱਚ ਹੁਣ ਵਿਧਾਨ ਸਭਾ 'ਚ ਬਜਟ ਸੈਸ਼ਨ ਸ਼ੁਰੂ ਹੋ ਗਿਆ, ਪਰ ਵਿਰੋਧੀ ਧਿਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਨ ਕਾਨੂੰਨ, ਲਾਅ ਐਂਡ ਆਰਡਰ ਦੇ ਮੁੱਦੇ ਤੇ ਬਹਿਸ ਹੋਵੇ। ਦੇਖੋ, ਅੱਜ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਸੀ, 11 ਜਾਣਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਤੋਂ ਤੁਰ ਗਏ। ਸਿੱਧੂ ਮੂਸੇਵਾਲਾ ਵੀ ਇਹਦੇ ਵਿੱਚੋਂ ਇੱਕ ਸੀਗਾ। ਅਕਸਰ ਇਹ ਹੁੰਦਾ ਆਇਆ ਹੁਣ ਤੱਕ ਕਿ ਸ਼ਰਧਾਂਜਲੀ ਦੇ ਕੇ ਸੈਸ਼ਨ ਉਠਾ ਦਿੱਤਾ ਜਾਂਦਾ, ਪਰ ਇਹ ਨਵੇਕਲਾ ਹੋਇਆ ਥੋੜਾ ਜਿਹਾ। ਆਈ ਥਿੰਕ ਇਹ ਚੰਗਾ ਹੋਇਆ ਕਿ ਇੱਕ ਵਾਰੀ ਸੈਸ਼ਨ ਉਠਾ ਦਿੱਤਾ ਗਿਆ, 2 ਘੰਟੇ ਤੋਂ ਬਾਅਦ ਫੇਰ ਜੁੜਿਆ, ਮਤਲਬ ਕਿ ਦਿਨ ਖਰਾਬ ਨਹੀਂ ਕੀਤਾ। ਔਰ ਇਹਦੇ ਵਿੱਚ ਸਿੱਧਾ ਫਿਰ ਰਾਜਪਾਲ ਦਾ ਭਾਸ਼ਣ ਹੋ ਗਿਆ ਤੇ ਰਾਜਪਾਲ ਦੇ ਭਾਸ਼ਣ ਦੇ ਉੱਤੇ ਬਹਿਸ ਜਿਹੜੀ ਉਹ ਸਟਾਰਟ ਹੋ ਗਈ। ਵਿਰੋਧੀ ਧਿਰਾਂ ਨੇ ਖਾਸ ਤੌਰ ਦੇ ਉੱਤੇ ਕਾਂਗਰਸ ਨੇ, ਵਿਰੋਧੀ ਧਿਰ ਤਾਂ ਕਾਂਗਰਸ ਹੀ ਆ, 3 ਤਾਂ ਸਾਰੇ ਹੈਗੇ ਨੇ ਅਕਾਲੀ ਦਲ ਬਾਦਲ ਦੇ, ਹੋਰ ਤਾਂ ਕਿਹੜੀ ਵਿਰੋਧੀ ਧਿਰ ਹੈ, ਇੱਕ ਭਾਜਪਾ ਦਾ। ਤੋ ਉਹਨਾਂ ਨੇ ਇਹ ਗੱਲ ਜਿਹੜੀ ਲਾਅ ਐਂਡ ਆਰਡਰ ਦੀ ਉਠਾਈ ਔਰ ਇਹ ਗੱਲ ਕਹੀ ਕਿ ਇਹਦੇ ਉੱਤੇ ਬਹਿਸ ਕੀਤੀ ਜਾਵੇ। ਉਹਨਾਂ ਨੇ ਇਹ ਕਿਹਾ ਕਿ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਖਰਾਬ ਹੋਈ ਹੈ। ਜਦੋਂ ਕਿ ਕੁਲਤਾਰ ਸੰਧਵਾ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਹਦੇ ਉੱਤੇ ਫੇਰ ਗੱਲ ਕਰ ਲਾਂਗੇ, ਤੁਹਾਡੇ ਕੋਲੇ ਤਾਂ ਲੰਬਾ ਤਜਰਬਾ, ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਤਜਰਬਾ ਕੀ ਕਰੂਗਾ ਜੇ ਸ਼ਾਮ ਨੂੰ ਮੈਨੂੰ ਕਿਸੇ ਨੇ ਗੋਲੀ ਮਾਰਤੀ। ਹਾਲਾਂਕਿ ਇਦਾਂ ਦੇ ਕੋਈ ਹਾਲਾਤ ਨਹੀਂ ਹੈਗੇ ਕਿ ਕੋਈ ਕਿਸੇ ਨੂੰ ਸ਼ਾਮ ਨੂੰ ਗੋਲੀ ਮਾਰ ਦੂਗਾ। ਇਹ ਗੱਲਾਂ ਉਭਾਰੀਆਂ ਜ਼ਰੂਰ ਜਾ ਰਹੀਆਂ ਨੇ, ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੁਝ ਵੈਬ ਚੈਨਲਸ ਨੇ ਉਹਨਾਂ ਦੇ ਰਾਹੀਂ ਇਉਂ ਲੱਗਦਾ ਕਿ ਪਤਾ ਨਹੀਂ ਤੁਸੀਂ ਬਾਹਰ ਹੀ ਨਹੀਂ ਨਿਕਲ ਸਕਦੇ, ਐਸ ਸੂਨ ਤੁਸੀਂ ਬਾਹਰ ਨਿਕਲੇ ਤੁਹਾਨੂੰ ਕਿਸੇ ਨੇ ਗੋਲੀ ਮਾਰ ਦੇਣੀ ਹੈ। ਇਦਾਂ ਦਾ ਕੁਝ ਨਹੀਂ ਹੈਗਾ। ਪਰ ਵਿਰੋਧੀ ਧਿਰ ਹੈ, ਵਿਰੋਧੀ ਧਿਰ ਦਾ ਕੰਮ ਜਿਹੜਾ ਉਹ ਸਰਕਾਰ ਦਾ ਵਿਰੋਧ ਕਰਨਾ ਹੀ ਹੁੰਦਾ। ਜਿਹੜੇ ਵਿਰੋਧੀ ਧਿਰ ਨੇ ਅੱਜ ਵਿਰੋਧ ਵੀ ਕੀਤਾ ਔਰ ਇਹਦੇ ਉੱਤੇ ਜਿਹੜੀ ਉਹ ਨੋਕ ਝੋਂਕ ਸੀ ਉਹ ਵੀ ਵਿਰੋਧੀ ਧਿਰਾਂ ਦੀ ਚੱਲਦੀ ਰਹੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਕਿ ਜੀ ਦੇਖੋ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀਗੇ, ਇੱਥੇ ਬੈਠੇ ਹੁੰਦੇ ਸੀ ਇਹਨਾਂ ਬੈਂਚਾਂ ਦੇ ਉੱਤੇ ਤੇ ਉਧਰ ਕਾਂਗਰਸ ਬੈਠੀ ਹੁੰਦੀ ਸੀ, ਉਦੋਂ ਤੁਸੀਂ ਇਹ ਮੁੱਦੇ ਉਭਾਰਦੇ ਹੁੰਦੇ ਸੀ, ਅੱਜ ਤੁਸੀਂ ਇਹ ਮੁੱਦੇ ਨਹੀਂ ਉਭਾਰ ਰਹੇ, ਤੁਸੀਂ ਹੁਣ ਸੱਤਾਧਾਰੀ ਬੈਂਚਾਂ ਦੇ ਉੱਤੇ ਹੋ। ਤਾਂ ਅਮਨ ਅਰੋੜਾ ਨੇ ਇਹ ਗੱਲ ਕਹੀ ਕਿ ਖਹਿਰਾ ਸਾਹਿਬ, ਮੁਸ਼ਕਲ ਇਹ ਆ ਕਿ ਤੁਸੀਂ ਉੱਥੇ ਦੇ ਉੱਥੇ ਹੀ ਹੋ, ਮਤਲਬ ਕਿ ਤੁਸੀਂ ਸੱਤਾਧਾਰੀ ਧਿਰ ਵੱਲ ਨਹੀਂ ਆ ਸਕੇ। ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਉਹਨਾਂ ਨਾਲ ਵਿਰੋਧ ਕਰਦੇ ਰਹੇ, ਸੱਤਾਧਾਰੀ ਧਿਰ 'ਚ ਹੈ ਨਹੀਂ ਸੀ। ਹੁਣ ਜਿਹੜੀ ਸੱਤਾਧਾਰੀ ਧਿਰ ਬਣੀ ਆ, ਹੁਣ ਤੁਸੀਂ ਉਹਨਾਂ ਦੇ ਨਾਲ ਹੈ ਨਹੀਂਗੇ। ਤੋ ਇਸ ਤਰ੍ਹਾਂ ਦੀ ਜਿਹੜੀ ਨੋਕ ਝੋਕ ਸੀ ਉਹ ਚੱਲਦੀ ਰਹੀ। ਮੇਨ ਜਿਹੜਾ ਫੋਕਸ ਹੈ ਜਾਂ ਮੇਨ ਜਿਹੜੀ ਚੀਜ਼ ਹੈ ਉਹ ਕੇਂਦਰਿਤ ਰਹੂਗੀ ਜੀ 27 ਜੂਨ ਦੇ ਬਜਟ ਦੇ ਉੱਤੇ। 27 ਤਰੀਕ ਨੂੰ ਬਜਟ ਪੇਸ਼ ਕੀਤਾ ਜਾਊਗਾ ਔਰ ਜਿਹੜੇ ਰਾਜਪਾਲ ਦੇ ਭਾਸ਼ਣ ਦਾ ਜਵਾਬ ਹੈ ਉਹ ਭਲਕੇ ਦੇਣਗੇ ਮੁੱਖ ਮੰਤਰੀ ਹੁੜੀ। ਔਰ ਜਿਹੜਾ ਬਜਟ ਹੈ ਇਹਦੇ ਉੱਤੇ ਇਸ ਕਰਕੇ ਮੇਨ ਤੌਰ ਦੇ ਉੱਤੇ ਨਿਗਾਹ ਰਹੂਗੀ ਕਿ ਇਹਦੇ ਵਿੱਚ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਕਿੰਨਾ ਬਜਟ ਲਿਆਂਦਾ ਜਾਂਦਾ, ਐਜੂਕੇਸ਼ਨ ਤੇ ਹੈਲਥ ਦੇ ਵਾਸਤੇ ਕਿੰਨਾ ਕੰਮ ਕੀਤਾ ਜਾਂਦਾ। ਉਹ ਵੈਸੇ ਅੱਜ ਟਵੀਟ ਜਿਹੜਾ ਸ਼ਾਮੀ ਕੀਤਾ ਮੁੱਖ ਮੰਤਰੀ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ 15 ਅਗਸਤ ਤੋਂ ਅਸੀਂ ਜਿਹੜੇ ਮੁਹੱਲਾ ਕਲੀਨਿਕ ਹੈ ਉਹ ਖੋਲ ਰਹੇ ਆ 117। ਇਹ 117 ਵਿਧਾਨ ਸਭਾ ਹਲਕਿਆਂ 'ਚ ਖੁੱਲਣੇ ਆ। ਬਾਅਦ ਦੇ ਵਿੱਚ ਇਹਨਾਂ ਨੇ ਪਿੰਡਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਪਿੰਡਾਂ ਦੇ ਵਿੱਚ ਖੋਲਾਂਗੇ। ਦੂਜਾ ਜਿਹੜਾ ਹੈ ਜੀ ਐਜੂਕੇਸ਼ਨ ਦੇ ਮਾਮਲੇ ਦੇ ਉੱਤੇ ਕਿ ਸਮਾਰਟ ਸਕੂਲ ਵਾਲਾ ਮਾਮਲਾ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਉਠਾਇਆ। ਇਹ ਗੱਲ ਕਹੀ ਕਿ ਪੰਜਾਬ ਐਜੂਕੇਸ਼ਨ ਦੇ ਵਿੱਚ ਨੰਬਰ 1 ਦੇ ਉੱਤੇ ਆ ਗਿਆ ਤੇ ਸਰਕਾਰ ਨੂੰ ਉਹਦੀ ਤਾਰੀਫ ਕਰਨੀ ਚਾਹੀਦੀ ਹੈ, ਕਿਉਂਕਿ ਪਿਛਲੀ ਸਰਕਾਰ ਨੇ ਇਹਦੇ ਤੇ ਕੰਮ ਕੀਤਾ ਸੀਗਾ। ਇਹਦੇ ਉੱਤੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪੇਟ ਕਰਕੇ ਉੱਤੇ ਸਮਾਰਟ ਸਕੂਲ ਲਿਖ ਦੇਣ ਦੇ ਨਾਲ ਸਮਾਰਟ ਸਕੂਲ ਨਹੀਂ ਬਣਦੇ, ਉਹਦੇ ਵਾਸਤੇ ਤੁਹਾਨੂੰ ਉਹਨਾਂ ਦਾ ਇੱਕ ਢਾਂਚਾ ਜਿਹੜਾ ਉਹ ਬਣਾਉਣਾ ਪੈਂਦਾ। ਜਿਹੜੀਆਂ ਚੀਜ਼ਾਂ ਆਉਂਦੇ ਦਿਨਾਂ ਦੇ ਦੌਰਾਨ ਆ ਸਕਦੀਆਂ ਨੇ
ਵਿਧਾਨ ਸਭਾ ਦੇ ਵਿੱਚ, ਉਹਨਾਂ ਦੇ ਵਿੱਚੋਂ ਅਹਿਮ ਜਿਹੜੀ ਉਹ ਇਹ ਆ ਕਿ ਇੱਕ MLA ਇੱਕ ਪੈਨਸ਼ਨ, ਮਤਲਬ ਕਿ ਜਿਹੜੀਆਂ ਪੈਨਸ਼ਨ ਨੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ, ਕਿਉਂਕਿ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਸੀਗਾ ਪੰਜਾਬ ਸਰਕਾਰ ਨੇ, ਪਰ ਰਾਜਪਾਲ ਨੇ ਮੋੜ ਦਿੱਤਾ ਸੀ। ਇਹ ਗੱਲ ਕਹੀ ਸੀਗੀ ਕਿ ਵਿਧਾਨ ਸਭਾ ਦੇ ਵਿੱਚੋਂ ਪਾਸ ਕਰਕੇ ਲਿਆਓ, ਫਿਰ ਜਿਹੜਾ ਉਹ ਕੀਤਾ ਜਾਊਗਾ। ਇਹ ਮੁੱਢਲੇ ਰੂਪ ਦੇ ਵਿੱਚ ਆਊਗਾ। ਬਿਜਲੀ ਜਿਹੜੀ ਫ੍ਰੀ ਦੇਣੀ ਆ, ਜਿਹੜੀ 1 ਜੁਲਾਈ ਤੋਂ ਲਾਗੂ ਹੋਣੀ ਆ, ਉਹ ਵੀ ਬਿੱਲ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਊਗਾ। 300 ਯੂਨਿਟ ਜਿਹੜੀ ਆ ਉਹ ਬਿਜਲੀ ਫ੍ਰੀ ਦੇਣੀ ਆ। ਬਾਕੀ ਕੁਝ ਹੋਰ ਅਹਿਮ ਬਿੱਲ ਨੇ ਜਿਹੜੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਹੋ ਸਕਦੇ ਨੇ ਕਿ ਉਹ ਵੀ ਬਿੱਲ ਜਿਹੜੇ ਉਹ ਲਿਆਂਦੇ ਜਾਣ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਹੰਗਾਮੇ ਭਰਪੂਰ ਰਹਿਣ ਦੇ ਅਸਾਰ ਨੇ, ਪਰ ਇਹ ਵੀ ਆ, ਇਹ ਵਿਧਾਨ ਸਭਾ ਦਾ ਸੈਸ਼ਨ ਇਸ ਪੱਖੋਂ ਵੀ ਨਵੇਕਲਾ, ਨਾ ਇਹਦੇ ਚ ਪ੍ਰਕਾਸ਼ ਸਿੰਘ ਬਾਦਲ, ਨਾ ਇਹਦੇ ਚ ਕੈਪਟਨ ਅਮਰਿੰਦਰ ਸਿੰਘ, ਨਾ ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ, ਨਾ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ, ਤੇ ਨਾ ਉਹਨਾਂ ਵਰਗੇ ਕੋਈ ਹੋਰ ਜਿਹੜੇ ਉਹ ਦਿੱਗਜ ਨੇਤਾ ਸ਼ਾਮਲ। ਜੇ ਦੇਖਿਆ ਜਾਵੇ ਤਾਂ ਵਿਰੋਧੀ ਧਿਰ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਹੁਰੀ ਹੀ ਜਿਹੜੇ ਕਹੇ ਜਾ ਸਕਦੇ ਆ ਕਿ ਉਹ ਐਕਸਪੀਰੀਅੰਸ ਵਾਲੇ ਨੇ, ਕਿੰਨਾ ਘੇਰ ਸਕਦੇ ਆ ਕੱਲੇ, ਇਹ ਵੇਖਣ ਵਾਲੀ ਗੱਲ ਰਹੂਗੀ। ਰਾਜਾ ਵੜਿੰਗ ਹੁਰੀ ਉੱਥੇ ਹੈਗੇ ਨੇ ਵਿਧਾਨ ਸਭਾ ਦੇ ਮੈਂਬਰ, ਔਰ ਤੀਸਰੀ ਵਾਰੀ ਉਹ ਬਣੇ ਨੇ, ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ। ਪਰ ਸਵਾਲ ਸਭ ਤੋਂ ਵੱਡਾ ਇਹੀ ਆ ਕਿ ਕਿੰਨਾ ਕੁ ਸਰਕਾਰ ਨੂੰ ਪੱਬਾਂ ਭਾਰ ਉਹ ਕਰ ਸਕਦੇ ਆ। ਦੇਖਿਆ ਜਾਵੇ ਤਾਂ ਵਿਰੋਧੀ ਧਿਰ ਜਿਹੜੀ ਆ ਉਹ ਕੋਈ ਬਹੁਤ ਜ਼ਿਆਦਾ ਸਟਰੋਂਗ ਤਾਂ ਨਹੀਂ ਹੈਗੀ, ਪਰ ਇਹ ਜ਼ਰੂਰੀ ਨਹੀਂ ਹੈ ਕਿ ਮੈਂਬਰਾਂ ਦੇ ਰੂਪ ਦੇ ਵਿੱਚ ਹੀ ਸਟਰੋਂਗ ਹੋਵੇ। ਸਟਰੋਂਗ ਮੁੱਦੇ ਉਠਾਏ ਜਾਣ ਤੇ ਸਰਕਾਰਾਂ ਜਿਹੜੀਆਂ ਜੀ ਉਹ ਅਕਸਰ ਘਿਰ ਜਾਂਦੀਆਂ ਹੁੰਦੀਆਂ ਨੇ। ਜੀ ਪੰਨੂ ਸਾਹਿਬ, ਸਿੱਧੂ ਮੂਸੇਵਾਲਾ ਦਾ ਜਿਹੜਾ ਗੀਤ ਆਇਆ ਸਤਲੁਜ ਯਮੁਨਾ ਲਿੰਕ ਕੈਨਾਲ ਦੇ ਉੱਪਰ SYL, ਉਹਨੇ ਹੁਣ ਇਸ ਮੁੱਦੇ ਨੂੰ ਦੁਬਾਰਾ ਤੋਂ ਛੋਇਆ ਤੇ ਕਾਫੀ ਸੋਸ਼ਲ ਮੀਡੀਆ ਤੇ ਇਹਨੂੰ ਲੈ ਕੇ ਵੱਖੋ ਵੱਖਰੇ ਕਿਸਮ ਦੇ ਬਹਿਸ ਵਸਈਆ ਤੇ ਟੀਕਾ ਟਿੱਪਣੀ ਚੱਲ ਰਹੀ ਆ। ਕੀ ਇਹਦੇ ਬਾਰੇ ਹੋਰ ਅਪਡੇਟ ਕੀ ਆ ਪੰਨੂ ਸਾਹਿਬ? ਵੈਸੇ ਵੀਰੇ ਦੀ ਨਿਰਾਸ਼ਾ ਵਾਲੀ ਬਹਿਸ ਵਸਈਆ ਜਿਹੜਾ ਚੱਲ ਰਿਹਾ, ਕਿਉਂਕਿ ਜਿਹੜਾ ਮੁੱਦਾ ਹੈ ਉਹ ਬਹੁਤ ਅਹਿਮ ਹੈ ਜੀ, ਕਿਉਂਕਿ ਜਿਹੜੀ SYL ਹੈ ਉਹ ਸ਼ਾਹਰਗ ਹੈ। ਜਿਹੜੀ ਸ਼ਾਹਰਗ ਹੈ ਉਹ ਸਭ ਨੂੰ ਪਤਾ ਕਿ ਉਹਦਾ ਮਤਲਬ ਕੀ ਹੁੰਦਾ ਹੈ, ਕਿ ਉਹ ਦੱਬੀ ਗਈ ਤੇ ਗਿਆ ਸਾਰਾ ਕੁਝ। ਇਹ SYL ਜਿਹੜੀ ਆ, ਮੈਨੂੰ ਅੱਜ ਕੋਈ ਸਵੇਰੇ ਕਹਿੰਦਾ ਜੀ ਕਿ ਇਹਦੇ ਨਾਲ ਤਾਂ ਦੇਖੋ ਗੂਗਲ ਦੇ ਉੱਤੇ ਬੜੀ ਸਰਚ ਹੋਣੀ ਸ਼ੁਰੂ ਹੋ ਗਈ ਇਹਦੇ ਬਾਰੇ। ਮੇਰਾ ਉਹਨੂੰ ਇਹ ਸਵਾਲ ਸੀਗਾ ਕਿ ਗੂਗਲ ਦੇ ਉੱਤੇ ਜੋ ਕੁਝ ਪਿਆ ਉਹ ਸਹੀ ਨਹੀਂ ਹੈ ਨਾ, ਕਿਉਂਕਿ ਗੂਗਲ ਨਾਲੋਂ ਬੇਬੇ ਬਾਪੂ ਜ਼ਿਆਦਾ ਜਾਣਦੇ ਆ ਜੀ। ਉਹਦੇ ਚ ਫਰਕ ਹੈ। ਗੂਗਲ ਦੇ ਉੱਤੇ ਜੋ ਕੁਝ ਤੁਹਾਨੂੰ ਲੱਭੂਗਾ ਉਹ ਕਿਸੇ ਨੇ ਪਾਇਆ, ਤੇ ਜਿਹੜਾ ਬੇਬੇ ਬਾਪੂ ਤੋਂ ਲੱਭੂਗਾ ਉਹ ਹਟਾਇਆ। ਬਿਲਕੁਲ ਇਹ ਫਰਕ ਹੈ, ਠੀਕ ਹੈ ਨਾ ਜੀ। ਤੁਸੀਂ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਾਣਦੇ ਨੇ ਕਿ SYL ਦਾ ਮੁੱਦਾ ਕੀ ਹੈ, ਜੇ ਤੁਸੀਂ ਉਹਨਾਂ ਨੂੰ ਪੁੱਛੋਗੇ, ਉਹਨਾਂ ਦਾ ਜਿਹੜਾ ਪੁਆਇੰਟ ਆਫ ਵਿਊ ਹੈ ਡਿਫਰੈਂਟ ਹੈ। ਤੁਸੀਂ ਉੱਥੋਂ ਲੱਭੋਗੇ ਤੇ ਉੱਥੇ ਪੁਆਇੰਟ ਆਫ ਵਿਊ ਤੁਹਾਨੂੰ ਡਿਫਰੈਂਟ ਜਿਹੜਾ ਉਹ ਲੱਭਣਾ। ਤੁਹਾਨੂੰ ਰਿਕਾਰਡ ਲੱਭਣਾ ਪਊਗਾ ਹਰਿਆਣੇ ਦਾ ਚੌਧਰੀ ਦੇਵੀ ਲਾਲ ਹੋਰਾਂ ਦਾ ਭਾਸ਼ਣ, ਜਿਹਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਧੰਨਵਾਦ ਕਰਦੇ ਸੀ ਕਿ ਉਹਨਾਂ ਨੇ SYL ਦੇ ਉੱਤੇ ਜਿਹੜਾ ਉਹ ਸਹੀ ਪਾ ਦਿੱਤੀ ਹੈ। ਉਦੋਂ ਬਾਅਦ ਤੁਹਾਨੂੰ ਇਹ ਲੱਭਣਾ ਪਊਗਾ ਕਿ ਕਪੂਰੀ ਦੇ ਉੱਤੇ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੁਰੀ ਟੱਕ ਲਾਉਣ ਆਏ ਸੀਗੇ, ਤੇ ਉੱਥੇ ਉਹਨਾਂ ਨੂੰ ਕਹੀ ਤੇ ਜਿਹੜਾ ਤਸਲਾ ਵੀ ਕਹਿੰਦੇ ਸਾਡੇ ਵਾਲੇ ਪਾਸੇ, ਬੱਠਲ ਵੀ ਕੁਝ ਏਰੀਆ 'ਚ ਕਹਿੰਦੇ, ਉਹ ਕਿਹਨੇ ਦਿੱਤਾ ਸੀ ਸੋਨੇ ਤੇ ਚਾਂਦੀ ਦਾ? ਉਹ ਕੈਪਟਨ ਅਮਰਿੰਦਰ ਸਿੰਘ ਸੀ। ਸਵਾਲ ਇਹਦੇ ਵਿੱਚੋਂ ਇਹ ਆ, ਆਪਾਂ 92 ਤੋਂ, ਚਲੋ 92 ਤੋਂ ਪਿੱਛੇ ਨਾ ਜਾਈਏ, 92 ਤੋਂ 97 ਕਾਂਗਰਸ, 97 ਤੋਂ 2002 ਅਕਾਲੀ ਦਲ ਬਾਦਲ, ਔਰ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੁਰੀ, 7 ਤੋਂ ਲੈ ਕੇ 17 ਤੱਕ ਬਾਦਲ ਅਕਾਲੀ ਦਲ, 17 ਤੋਂ 2002 ਤੱਕ ਕੈਪਟਨ ਅਮਰਿੰਦਰ ਸਿੰਘ। SYL ਦੇ ਵਾਸਤੇ ਜ਼ਿੰਮੇਵਾਰ ਕੌਣ ਨੇ? ਤੇ ਪੰਜਾਬੀਆਂ ਨੇ ਬਾਰ-ਬਾਰ ਸੱਤਾ ਕਿਹਨੂੰ ਦਿੱਤੀ ਜੀ? 17 ਵਾਲੀਆਂ ਚੋਣਾਂ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਆਖਿਆ ਗਿਆ ਕਿ ਅਸੀਂ ਡੀਨੋਟੀਫਾਈ ਕਰ ਦਿੱਤੀਆਂ ਜ਼ਮੀਨਾਂ ਸਾਰੀਆਂ। ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨ ਲਈ ਸੀ ਉਹਨਾਂ ਨੂੰ ਵਾਪਸ ਕਰਤੀ ਆ, ਮਸ਼ੀਨਾਂ ਸੱਦ ਲੀਆਂ ਤੇ ਕਹਿੰਦੇ SYL ਪੂਰ ਦੇਣੀ ਹੈ। ਕੋਈ SYL ਜਿਹੜੀ ਜੀ ਉਹ ਪੂਰੀ ਨਹੀਂ ਗਈ। ਅਸੀਂ ਭਾਵਕ ਲੋਕ ਆ, ਅਸੀਂ ਕਿਸੇ ਵੀ ਚੀਜ਼ ਦਾ ਜਿਹੜਾ ਉਹ ਪਿਛੋਕੜ ਦੇਖਿਆ ਹੋਇਆ, ਉਹਦੇ ਸਾਰੀਆਂ ਚੀਜ਼ਾਂ ਦੇਖੇ ਤੋਂ ਬਿਨਾ ਉਹ ਕਿਸੇ ਵੀ ਚੀਜ਼ ਦੇ ਵਿੱਚੋਂ ਕੋਈ ਇੱਕ ਚੰਦ ਚੀਜ਼, ਮੰਨ ਲਓ ਜਦੋਂ ਅਸੀਂ ਗੁਰਬਾਣੀ ਦਾ ਹਵਾਲਾ ਵੀ ਦਿੰਨੇ ਆ ਨਾ, ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਇੱਕ ਉਹ ਚੱਕ ਲੈਨੇ ਆ।
ਕਾਰਾਂ ਦੇ ਪਿੱਛੇ ਲਿਖਿਆ ਹੋਇਆ, ਜੇ ਛੋਟਾ ਜਿਹਾ ਤਰਕ ਦੇਣਾ ਹੋਵੇ, ਕਾਰ ਦੇ ਪਿੱਛੇ ਤੁਹਾਨੂੰ ਇੱਥੇ ਲਿਖਿਆ ਹੋਇਆ ਮਿਲਦਾ AP ਦਾਤ ਤੇਰੀ ਦਾਤਾਰ। ਤੁਸੀਂ ਪਹਿਲਾਂ ਵੀ ਦੱਸੀ ਸੀ ਗੱਲ ਜੀ ਹਾਂ, ਉਹਦੀ ਪਹਿਲੀ ਤੁਕ ਕੀ ਆ ਕਿ ਕੇਤਿਆ ਦੂਖ ਭੂਖ ਸਦਮਾਰ, ਉਹ ਅਗਲੀ ਤੁਕ ਹੈ ਨਾ। ਅਸੀਂ ਇੱਕ ਚੁਕਲੀ ਜਿਹੜੀ ਸਾਨੂੰ ਚਾਹੀਦੀ ਹੈ, ਬਾਕੀ ਗੱਲਾਂ ਅਸੀਂ ਪਿੱਛੇ ਜਿਹੜੀਆਂ ਉਹ ਛੱਡ ਦਿੱਤੀਆਂ। ਅੱਜ ਜਿਹੜੀਆਂ ਬਹਿਸਾਂ ਹੋ ਰਹੀਆਂ ਨੇ, ਦੇਖੋ ਉਹ ਬਹਿਸ ਇਸ ਕਿਸਮ ਦੀ ਚੱਲ ਪਈ ਹੋਈ ਆ ਕਿ ਪੰਜਾਬ ਤੇ ਹਰਿਆਣੇ ਨੂੰ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇਹਦੇ ਪਿੱਛੇ ਜੇ ਤੁਸੀਂ ਵੇਖੋਗੇ ਨਾ ਅਸਲ ਕਹਾਣੀ ਕੀ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਦੀ ਦੋਸਤੀ ਕਿਸਾਨ ਮੋਰਚੇ ਦੇ ਵਿੱਚ, ਕਿਸਾਨ ਮੋਰਚੇ ਦੀ ਸਫਲਤਾ ਦਾ ਸਭ ਤੋਂ ਵੱਡਾ ਇੱਕ ਕਾਰਨ ਬਣੀ ਹੈ। ਜੇ ਇਹ ਦੁਬਾਰਾ ਪਾੜ ਦਿੱਤੇ ਗਏ ਤੇ ਦੁਬਾਰਾ ਕਿਸਾਨ ਮੋਰਚਾ ਘੱਟੋ ਘੱਟ ਲੱਗਣਾ ਨਹੀਂਗਾ, ਫਿਰ ਨਹੀਂ ਲੱਗਣਾ ਜੇ ਇਹ ਦੁਸ਼ਮਣ ਬਣਾ ਦਿੱਤੇ ਗਏ। ਕਿਉਂਕਿ ਸਾਨੂੰ ਜਾਟ ਅੰਦੋਲਨ ਵੀ ਯਾਦ ਹੈ ਕਿ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਿੰਨਾ ਲੋਕਾਂ ਨੂੰ ਲਿਆ ਕੇ ਉੱਥੇ ਕੀ ਕੁਝ ਕੀਤਾ ਗਿਆ ਸੀ। ਕੁਝ ਲੋਕ ਨੇ ਜਿਹੜੇ ਕਿ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਉਹਨੂੰ ਵੀ ਅਸਲ ਦੇ ਵਿੱਚ ਇਸ ਟਸਲ 'ਚ ਲਿਆ ਰਹੇ ਨੇ। ਇਸ ਟਸਲ ਦੇ ਵਿੱਚ ਉਹ ਕਿਵੇਂ ਆਉਂਦੇ ਨੇ, ਆਪਸ ਦੇ ਵਿੱਚ ਉਹਨਾਂ ਦੀ ਕੀ ਰੰਜਿਸ਼ ਚੱਲਦੀ ਰਹੀ ਆ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਉਸ ਚੀਜ਼ ਨੂੰ ਤੁਸੀਂ ਸਾਈਡ ਤੇ ਕਰ ਦਿਓ। ਤੁਸੀਂ ਇਸ ਮੁੱਦੇ ਦੇ ਉੱਤੇ ਜੇ ਗੱਲ ਕਰੋਗੇ ਤਾਂ ਇਸ ਮੁੱਦੇ ਨੂੰ ਤੁਹਾਨੂੰ ਸਮਝਣਾ ਪਊਗਾ ਇਹ ਕਿੱਥੋਂ ਸ਼ੁਰੂ ਹੁੰਦਾ। ਔਰ ਜੇ ਮੰਨ ਲਓ SYL ਉਸ ਵੇਲੇ ਨਿਕਲ ਜਾਂਦੀ ਤਾਂ ਅੱਜ ਵੀਰੇ ਦੀ ਅਸੀਂ ਗੱਲ ਨਾ ਕਰ ਰਹੇ ਹੁੰਦੇ, ਕਿਉਂਕਿ ਇਹ ਤਾਂ ਪੂਰੇ ਦਾ ਪੂਰਾ ਜਿਹੜਾ ਸੀਗਾ ਨਾ ਰੇਗਿਸਤਾਨ ਬਣਿਆ ਹੁੰਦਾ। ਇਹ ਨਹੀਂ ਨਿਕਲੀ ਤੇ ਇਹ ਰੇਗਿਸਤਾਨ ਨਹੀਂ ਬਣਿਆ। ਪਰ ਸਵਾਲ ਅੱਜ ਇਹ ਆ ਕਿ ਜਿਹੜੀਆਂ ਕੱਸੀਆਂ ਤੇ ਜਿਹੜੀਆਂ ਛੋਟੀਆਂ ਨਹਿਰਾਂ ਆਉਂਦੀਆਂ ਸੀ, ਉਹ ਕਿੰਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚ ਵਾਹ ਕੇ ਰਲਾ ਲੀਆਂ। ਇਹ ਕਿਹਾ ਤਾਂ ਜਾਂਦਾ ਨਾ ਸਾਨੂੰ ਨਹਿਰੀ ਪਾਣੀ ਮਿਲਣੋਂ ਹਟ ਗਿਆ। ਉਹ ਖਾਲ ਆਪਣੀਆਂ ਪੈਲੀਆਂ ਦੇ ਵਿੱਚ ਕਿਹਨੇ ਰਲਾ ਲੇ, ਕਿਹਨੇ ਥਾਂ ਥਾਂ ਦੇ ਉੱਤੇ ਬੋਰ ਜਿਹੜੇ ਉਹ ਕਰਕੇ ਪੰਜਾਬ ਦਾ ਪਾਣੀ ਜਿਹੜਾ ਉਹ ਧਰਤੀ ਹੇਠਲਾ ਇੰਨੀ ਤੇਜ਼ੀ ਦੇ ਨਾਲ ਖਿੱਚ ਲਿਆ ਕਿ ਅੱਜ ਹਾਲਾਤ ਇਹ ਬਣ ਗਏ ਕਿ ਕਿੰਨੀ ਕੁ ਦੇਰ ਅਸੀਂ ਸਰਵਾਈਵ ਜਿਹੜਾ ਉਹ ਕਰ ਸਕਾਂਗੇ। ਤੁਸੀਂ ਭਾਵਕ ਰਹੋ, ਬੜੀ ਚੰਗੀ ਗੱਲ ਹੈ, ਭਾਵੁਕਤਾ ਜ਼ਰੂਰੀ ਆ। ਸਤਲੁਜ ਯਮਨਾ ਲਿੰਕ ਨਹਿਰ ਜਿਹੜੀ ਆ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਰੱਖਣੀ ਬੜੀ ਜ਼ਰੂਰੀ ਆ। ਪਾਣੀਆਂ ਦੇ ਬਾਰੇ ਦੇ ਵਿੱਚ ਸਾਰੀ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਆ, ਪਰ ਅੱਧੀ ਅਧੂਰੀ ਜਿਹੜੀ ਜਾਣਕਾਰੀ ਆ ਉਹ ਬੇਹੱਦ ਖਤਰਨਾਕ ਹੁੰਦੀ ਹੈ। ਜੀ ਪੰਨੂ ਸਾਹਿਬ, ਇਹ ਦੱਸਿਓ ਹੁਣ ਰਾਜਾ ਵੜਿੰਗ ਵੀ ਹੁਣ ਸਰਕਾਰ ਦੇ ਨਿਸ਼ਾਨੇ ਤੇ ਨੇ ਜੀ, ਤੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ? ਐਕਚੁਅਲੀ ਕੀ ਆ ਕਿ ਰਾਜਾ ਵੜਿੰਗ ਹੋਰੀ ਜਦੋਂ ਟਰਾਂਸਪੋਰਟ ਮਿਨਿਸਟਰ ਬਣੇ ਸ਼ਰਨਜੀਤ ਸਿੰਘ ਚੰਨੀ ਹੋਰਾਂ ਦੇ ਟਨੋਰ ਦੇ ਵਿੱਚ ਜੀ, ਤਾਂ ਉਹਨਾਂ ਦੇ ਉੱਤੇ ਉਹਨਾਂ ਨੇ ਕੁਝ ਜਿਹੜੀਆਂ ਬੱਸਾਂ ਪਾਈਆਂ ਸੀਗੀਆਂ ਸਰਕਾਰ ਨੇ। ਇਹਨਾਂ ਬੱਸਾਂ ਦੀ ਜਿਹੜੀ ਬਾਡੀ ਲਾਈ ਜਾਂਦੀ ਆ ਉਹਨੂੰ ਲੈ ਕੇ ਕਿੰਤੂ ਪਰੰਤੂ ਖੜੇ ਹੋ ਰਹੇ ਨੇ ਕਿ ਰਾਜਾ ਵੜਿੰਗ ਹੋਰਾਂ ਨੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਕੋਈ 30 ਕਰੋੜ ਤੇ 24 ਲੱਖ ਰੁਪਏ ਦੇ ਘਪਲੇ ਦੇ ਉਹਨਾਂ ਦੇ ਉੱਤੇ ਕਥਿਤ ਰੂਪ ਦੇ ਵਿੱਚ ਦੋਸ਼ ਲੱਗ ਰਹੇ ਆ। ਦੇਖੋ ਉਨੀ ਦੇਰ ਤੱਕ ਕੋਈ ਵੀ ਦੋਸ਼ ਜਿਹੜਾ ਪ੍ਰੂਵ ਨਹੀਂ ਹੁੰਦਾ, ਜਦੋਂ ਤੱਕ ਕਿਸੇ ਨੂੰ ਅਦਾਲਤ ਦੋਸ਼ੀ ਨਹੀਂ ਠਹਿਰਾਉਂਦੀ। ਇਹ ਕਥਿਤ ਰੂਪ ਦੇ ਵਿੱਚ ਦੋਸ਼ ਨੇ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੱਸਾਂ ਦੀ ਸਸਤੀ ਬਾਡੀ ਲੱਗਦੀ ਸੀ, ਇਹਦੇ ਬਾਵਜੂਦ ਉਹਨਾਂ ਨੇ ਰਾਜਸਥਾਨ ਦੇ ਵਿੱਚ ਜੈਪੁਰ ਸਥਿਤ ਕੰਪਨੀ ਤੋਂ ਇਹ ਬਾਡੀ ਲਵਾਈ, ਜਿੱਥੇ ਬਹੁਤ ਸਾਰਾ ਐਕਸਟਰਾ ਪੈਸਾ ਖਰਚ ਕੀਤਾ ਗਿਆ ਤੇ ਬੱਸਾਂ ਨੂੰ ਰਾਜਸਥਾਨ ਭੇਜਣ ਦੇ ਉੱਤੇ 1.5 ਕਰੋੜ ਦਾ ਡੀਜ਼ਲ ਹੀ ਫੂਕ ਦਿੱਤਾ। ਜਿਹੜੀ ਇਹ ਐਕਚੁਅਲੀ PRTC ਦੇ ਵਾਸਤੇ 840 ਬੱਸਾਂ ਖਰੀਦੀਆਂ ਗਈਆਂ ਸੀਗੀਆਂ, ਜਿਹਦੀ ਬਾਡੀ ਰਾਜਸਥਾਨ ਦੀ ਇੱਕ ਕੰਪਨੀ ਤੋਂ ਲਵਾਈ ਗਈ ਸੀਗੀ। ਔਰ ਇੱਕ ਬਾਡੀ ਦੇ ਬਦਲੇ 12 ਲੱਖ ਰੁਪਏ ਇਸ ਰਾਜਸਥਾਨ ਦੀ ਕੰਪਨੀ ਨੇ ਲਏ ਤੇ ਕੁੱਲ 100 ਕਰੋੜ ਤੇ 80 ਲੱਖ ਰੁਪਇਆ ਖਰਚ ਕੀਤਾ ਗਿਆ। ਭਦੌੜ ਦੇ ਵਿੱਚ ਇੱਕ ਕੰਪਨੀ ਹੈ, ਜਿਹੜੇ ਟਰਾਂਸਪੋਰਟਰ ਨੇ ਸਨੀ ਢਿੱਲੋਂ, ਉਹਨੇ RTI ਦੇ ਰਾਹੀਂ ਜਾਣਕਾਰੀ ਹਾਸਲ ਕੀਤੀ। ਇਹ ਕਿਹਾ ਕਿ ਹਰਗੋਬਿੰਦ ਕੋਚ ਉਹਨੇ ਸਰਕਾਰ ਨੂੰ ਇਹ ਟੈਂਡਰ ਦਿੱਤਾ ਸੀਗਾ ਕਿ ਅਸੀਂ 8,40,000 ਰੁਪਏ ਦੇ ਵਿੱਚ ਬੱਸ ਦੀ ਬਾਡੀ ਲਾਵਾਂਗੇ। ਔਰ ਇੱਕ ਕੰਪਨੀ ਹੈ ਗੋਬਿੰਦ ਕੋਚ, ਉਹਨੇ 8,25,000 ਰੁਪਏ ਦੇ ਵਿੱਚ ਕੋਟੇਸ਼ਨ ਦਿੱਤੀ ਸੀਗੀ। ਇਹਦੇ ਬਾਵਜੂਦ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੇ ਇਹ ਬਾਡੀ ਲਵਾਉਣ ਦੇ ਵਾਸਤੇ ਇਹਨਾਂ ਬੱਸਾਂ ਨੂੰ ਰਾਜਸਥਾਨ ਭੇਜਤਾ, ਜਿੱਥੇ ਪਰ ਬੱਸ ਦੇ ਉੱਤੇ 3 ਤੋਂ 4 ਲੱਖ ਰੁਪਈਆ ਐਕਸਟਰਾ ਜਿਹੜਾ ਸੀ ਉਹ ਖਰਚ ਕੀਤਾ ਗਿਆ। ਜਿਹੜੇ ਇਹ ਕਹਿੰਦੇ ਨੇ, ਜਿਨ੍ਹਾਂ ਨੇ RTI ਦੇ ਰਾਹੀਂ ਇਹ ਸਾਰੀ ਜਾਣਕਾਰੀ ਹਾਸਲ ਕੀਤੀ, ਉਹ ਕਹਿੰਦੇ 2018 ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੀ ਸੀ। 100 ਬੱਸਾਂ ਦੀ ਬਾਡੀ ਜਿਹੜੀ ਆ ਉਹ ਭਦੌੜ ਤੋਂ ਲਵਾਈ ਗਈ ਸੀ, ਪਰ ਬੱਸ
7,10,000 ਰੁਪਇਆ ਚਾਰਜ ਕੀਤਾ ਗਿਆ ਸੀਗਾ। ਉਦੋਂ ਰਾਜਾ ਵੜਿੰਗ ਨਹੀਂ ਸੀਗੇ, ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਸੀ। 1.5 ਕਰੋੜ ਰੁਪਏ ਦਾ ਡੀਜ਼ਲ ਜਿਹੜਾ ਸੀ ਉਹ ਫੂਕ ਦਿੱਤਾ ਗਿਆ ਇਹਨਾਂ ਨੂੰ ਸਿਰਫ ਰਾਜਸਥਾਨ ਭੇਜਣ ਦੇ ਵਾਸਤੇ। ਰਾਜਾ ਵੜਿੰਗ ਹੋਰੀ ਕਹਿੰਦੇ ਆ ਕਿ ਮੈਂ ਕੋਈ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਝੱਲਣ ਦੇ ਵਾਸਤੇ ਤਿਆਰ ਹੈ। ਉਹ ਕਹਿੰਦੇ ਕਿ 99% ਕੰਮ ਜਿਹੜਾ ਉਹ ਅਫਸਰਾਂ ਦਾ ਹੁੰਦਾ ਤੇ ਜਿਹੜੇ ਜੋ ਅਫਸਰ ਕਹਿੰਦੇ ਅਸੀਂ ਉਹ ਕਰ ਦਿੰਦੇ ਆ। ਫਿਰ ਸਵਾਲ ਇਹ ਆ ਕਿ ਫਿਰ ਅਫਸਰ ਸਰਕਾਰ ਚਲਾ ਲੈਣ, ਚੁਣੇ ਹੋਏ ਲੋਕ ਕਾਦੇ ਵਾਸਤੇ ਹੁੰਦੇ ਆ ਜੀ। ਇੱਕ ਗੱਲ ਜਿਹੜੀ ਇਹਦੇ ਵਿੱਚ ਵੱਡਾ ਸਵਾਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੀਐਮ ਸਿਕਿਉਰਿਟੀ ਦੇ ਵਿੱਚ ਦੂਜੇ ਸੂਬਿਆਂ ਦੇ ਭਰਤੀ ਕਰਨੇ ਸ਼ੁਰੂ ਕਰਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਪ੍ਰੈਕਟਿਸ ਨੂੰ ਜਾਰੀ ਰੱਖਿਆ। ਰੌਲਾ ਪੈਂਦਾ ਰਿਹਾ। ਦੇਖੋ, ਜੇ ਇਹ ਬਾਡੀ ਜਿਹੜੀ ਉਹ ਭਦੌੜ ਤੋਂ ਲਵਾਈ ਜਾਂਦੀ ਜਾਂ ਭਦੌੜ ਨੂੰ ਛੱਡ ਕੇ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਈਵਨ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਥੇ ਜਿਹੜੀ ਬੱਸਾਂ ਤੇ ਟਰੱਕਾਂ ਦੀ ਬਾਡੀ ਲਾਉਣ ਵਾਲੇ ਬਹੁਤ ਸਾਰੇ ਕਾਰੀਗਰ ਨੇ। ਮੰਨ ਲਓ ਜੇ ਉਹ ਰਾਜਸਥਾਨ ਜਿੰਨੇ ਪੈਸੇ ਵੀ ਚਾਰਜ ਕਰਦੇ ਆ ਉਹਨਾਂ ਤੋਂ 50,000 ਵੀ ਵੱਧ ਚਾਰਜ ਕਰਦੇ ਆ ਜੀ ਪਰ ਬੱਸ ਦੇ। ਵਿਜੇ ਦੀ ਸਵਾਲ ਇਹ ਆ ਕਿ ਕਿੰਨੇ ਲੋਕਾਂ ਨੂੰ ਇੰਨੀਆਂ ਬੱਸਾਂ ਦਾ ਕੰਮ ਪੰਜਾਬ ਦੇ ਵਿੱਚ ਮਿਲਦਾ? 840 ਬੱਸਾਂ ਦਾ। ਇਹ ਬਹੁਤ ਅਹਿਮ ਹੈ ਨਾ ਜੀ। ਤੁਸੀਂ ਦੂਜੇ ਸੂਬੇ ਤੋਂ ਬਾਡੀ ਜਿਹੜੀ ਉਹ ਲਵਾ ਰਹੇ ਹੋ ਔਰ ਲਵਾ ਵੀ ਮਹਿੰਗੀ ਰਹੇ ਹੋ। ਸਵਾਲ ਤਾਂ ਉੱਠਣੇ ਨੇ। ਮਤਲਬ ਕਿ ਪੰਜਾਬ ਦਾ ਦੁਸ਼ਮਣ ਕੌਣ ਹੈ? ਪੰਜਾਬੀ। ਉਹ ਪੰਜਾਬ ਨੂੰ ਕੰਮ ਕਿਉਂ ਨਹੀਂ ਦੇਣਾ ਚਾਹੁੰਦੇ? ਜੇ ਸੀਐਮ ਸਿਕਿਉਰਿਟੀ ਦੇ ਵਿੱਚ ਹਾਇਰ ਕਰਨੇ ਨੇ ਤੁਸੀਂ ਫੇਰ ਕਹਿੰਦੇ ਹੋ ਕਿ ਅਸੀਂ ਦੂਜੇ ਸੂਬੇ ਤੇ ਲਿਆਉਣੇ ਆ। ਜੇ ਇਹੋ ਜਿਹਾ ਕੰਮ ਦੇਣਾ ਤੇ ਤੁਸੀਂ ਕਹਿੰਦੇ ਹੋ ਕਿ ਦੂਜੇ ਸੂਬੇ ਨੂੰ ਜਿਹੜਾ ਜੀ ਉਹ ਜਾ ਕੇ ਕੰਮ ਦੇਣਾ। ਕਿਉਂ ਦੂਜੇ ਸੂਬੇ? ਕੋਈ ਦੂਜੇ ਸੂਬਿਆਂ ਦੇ ਵਿਰੋਧ ਵਾਲੀ ਗੱਲ ਨਹੀਂ ਹੈਗੀ ਕਿ ਦੂਜੇ ਸੂਬੇ ਚੋਂ ਤੁਸੀਂ ਕੰਮ ਨਹੀਂ ਕਰਾ ਸਕਦੇ। ਹਾਂ, ਜੇ ਬੈਟਰ ਘੱਟ ਪ੍ਰਾਈਸ ਦੇ ਉੱਤੇ ਉੱਥੋਂ ਕੰਮ ਹੁੰਦਾ, ਸਰਕਾਰ ਨੂੰ 4 ਪੈਸੇ ਬਚਦੇ ਆ, ਡੈਫੀਨਿਟਲੀ ਕਰਾਓ। ਤੁਸੀਂ ਵੱਧ ਪੈਸੇ ਦੇ ਰਹੇ ਹੋ ਔਰ ਉੱਥੋਂ ਜਿਹੜੀਆਂ ਬੱਸਾਂ ਨੂੰ ਬਾਡੀ ਲਵਾਈ ਗਈ ਆ ਉਹ 3 ਤੋਂ 4 ਲੱਖ ਰੁਪਈਆ ਪਰ ਬੱਸ ਐਕਸਟਰਾ ਦਿੱਤੇ ਗਏ ਨੇ। ਫਿਰ ਇਹ ਕਿਉਂ ਜੀ? ਪੰਨੂ ਸਾਹਿਬ, ਉਧਰ ਰਾਹੁਲ ਗਾਂਧੀ ਦਾ ਜਿਹੜਾ ਕੇਰਲਾ ਦੇ ਵਿੱਚ ਦਫ਼ਤਰ ਆ ਉੱਥੇ ਹਮਲਾ ਹੋਇਆ, ਤੋੜ-ਫੋੜ ਕੀਤੀ ਗਈ ਹੈ, ਕੀ ਵੇਰਵਾ ਜੀ ਇਹਦਾ? ਵਾਇਨਾਡ ਦੇ ਵਿੱਚ ਪੈਂਦਾ ਜੀ ਦਫ਼ਤਰ ਜਿਹੜਾ ਰਾਹੁਲ ਗਾਂਧੀ ਹੋਰਾਂ ਦਾ। ਕਾਂਗਰਸ ਦੇ ਸੰਸਦ ਮੈਂਬਰ ਨੇ ਅੱਜ ਦੁਪਹਿਰੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਇਸ ਦਫ਼ਤਰ ਦੇ ਉੱਤੇ। ਉਹਨਾਂ ਨੇ ਤੋੜ-ਫੋੜ ਕੀਤੀ। ਇਹਦੇ ਪਿੱਛੇ ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ SFI ਦਾ ਹੱਥ ਹੈ। ਉਹਨਾਂ ਨੇ ਦੋਸ਼ ਲਾਇਆ ਔਰ ਇਹ ਕਿਹਾ ਕਿ SFI ਦੇ ਗੁੰਡਿਆਂ ਨੇ ਦਫ਼ਤਰ ਦੇ ਵਿੱਚ ਮੌਜੂਦ ਜਿਹੜਾ ਸਟਾਫ ਸੀ ਉਹਦੇ ਨਾਲ ਕੁੱਟਮਾਰ ਕੀਤੀ। ਇਹਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਹਦੇ ਵਿੱਚ ਦਿਸ ਰਿਹਾ ਕਿ ਵਾਇਨਾਡ ਦੇ ਵਿੱਚ ਕੁਝ ਲੋਕ ਕਾਂਗਰਸ ਦੇ ਸੰਸਦ ਮੈਂਬਰ ਦੇ ਦਫ਼ਤਰ ਦੇ ਜਿਹੜੀਆਂ ਬਾਰੀਆਂ ਨੇ ਉਹਦੇ ਉੱਤੇ ਚੜ੍ਹ ਗਏ, ਤੋੜ-ਫੋੜ ਸ਼ੁਰੂ ਕਰਤੀ। ਉਹਨਾਂ ਦੇ ਹੱਥਾਂ ਦੇ ਵਿੱਚ SFI ਦੇ ਝੰਡੇ ਸੀਗੇ, ਉਹ ਲੈ ਕੇ ਦਫ਼ਤਰ ਦੇ ਵਿੱਚ ਪਹੁੰਚ ਗਏ। ਵੈਸੇ ਇਹ ਵੀ ਤਾਂ ਨਹੀਂ ਨਾ ਕਿਹਾ ਜਾ ਸਕਦਾ, ਝੰਡੇ ਤਾਂ ਕੋਈ ਵੀ ਲਿਆ ਸਕਦਾ। ਕੀ ਪਤਾ ਉਹ ਕੌਣ ਲੋਕ ਸੀਗੇ ਜਿਨ੍ਹਾਂ ਨੇ ਝੰਡੇ ਕਿਸੇ ਦੇ ਵੀ ਲਿਆਂਦੇ ਇਹ ਦੱਸਣ ਦੇ ਵਾਸਤੇ ਕਿ ਇਹ ਫਲਾਣੇ ਬੰਦੇ ਨੇ, ਤੇ ਉਹਨਾਂ ਨੇ ਉੱਥੇ ਜਿਹੜੀ ਸੀ ਉਹ ਤੋੜ-ਫੋੜ ਸ਼ੁਰੂ ਕਰ ਦਿੱਤੀ। ਕਾਂਗਰਸ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਇਹਦੇ ਲਈ ਠਹਿਰਾਇਆ। ਇਹ ਗੱਲ ਉਹਨਾਂ ਨੇ ਕਹੀ ਹੈ ਕਿ ਉੱਥੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਕੇਰਲ ਦੇ ਜਿਹੜੇ ਸੀਐਮ ਨੇ ਪਿਨਰਈ ਵਿਜਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰੇਕ ਨੂੰ ਆਪਣੀ ਰਾਏ ਜ਼ਾਹਰ ਕਰਨ ਦਾ ਹੱਕ ਹੈ ਪਰ ਹੱਦ ਉਹ ਤੋੜਨ ਨਹੀਂ ਦੇਣਗੇ ਕਿਸੇ ਨੂੰ। ਇਹ ਵੀ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ। ਰਾਹੁਲ ਗਾਂਧੀ ਕੇਰਲਾ ਦੇ ਵਾਇਨਾਡ ਤੋਂ ਸੰਸਦ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਪੈਸ਼ਲ ਜ਼ੋਨ ਬਣਾਏ ਗਏ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਫੈਸਲਾ ਬਿਆਨ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ। ਸ਼ਾਇਦ ਇਹ ਸਮਝਿਆ ਜਾ ਰਿਹਾ ਕਿ ਇਹਦੀ ਵਜ੍ਹਾ ਕਰਕੇ ਇਹ ਹਮਲਾ ਕੀਤਾ ਗਿਆ ਜੀ। ਤੇ ਪੰਨੂ ਸਾਹਿਬ ਇੱਕ ਗੱਲ ਬਰੀਫਲੀ ਹੋਰ ਦੱਸਿਓ, ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹ ਘੁਟਾਲੇ ਦੀ ਸਫਾਈ ਦੇ ਰਹੇ ਨੇ, ਕੀ ਮਾਜਰਾ ਜੀ ਇਹ ਕਿਹੜੇ ਘੁਟਾਲੇ ਦੀ ਸਫਾਈ ਦੇ ਰਹੇ ਨੇ ਉਹ? ਦੇਖੋ, ਇੱਕ ਤਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹ ਹਾਈ ਕੋਰਟ 'ਚ ਫਿਰ ਰਹੇ ਨੇ, ਮੈਨੂੰ ਜ਼ਮਾਨਤ ਦੇ ਦਿਓ। ਔਰ ਇਹ ਹੈਗੇ ਨੇ ਜੀ ਓਮ ਪ੍ਰਕਾਸ਼ ਸੋਨੀ, ਉਹ ਆਪਣੀ ਸਫਾਈ ਦੇ ਰਿਹਾ। ਕਹਿੰਦੇ ਸੈਨੀਟਾਈਜ਼ਰ ਜਿਹੜੀ SPI ਬੀਮਾ ਕੰਪਨੀ ਆ ਉਹਦੇ ਨਾਲ ਉਹ ਗੱਲ ਕਰਨ ਦੇ ਵਾਸਤੇ ਅੱਜ ਆਏ ਸੀਗੇ ਤੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਵੀ ਕਰਤੀ। ਇਹ ਵੀ ਕਹਿਤਾ ਕਿ ਜਿਹੜਾ ਕਰੋਨਾ ਕਾਲ ਦੇ ਦੌਰਾਨ ਸੈਨੀਟਾਈਜ਼ਰ ਖਰੀਦਿਆ ਸੀਗਾ ਉਹ ਬਹੁਤ ਮਹਿੰਗਾ ਸੀਗਾ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਅਫਵਾਹ ਉਡਾਈ ਜਾ ਰਹੀ ਹੈ ਕਿ 2250 ਕਰੋੜ ਰੁਪਏ ਦਾ ਸੈਨੀਟਾਈਜ਼ਰ ਖਰੀਦਿਆ। ਉਹ ਕਹਿੰਦੇ ਇਦਾਂ ਨਹੀਂ ਹੈ, ਪੰਜਾਬ ਦੇ ਵਿੱਚ 2.5 ਕਰੋੜ ਦਾ ਸੈਨੀਟਾਈਜ਼ਰ ਜਿਹੜਾ ਉਹ ਖਰੀਦਿਆ ਗਿਆ ਸੀਗਾ।
ਇਹ ਉਹਨਾਂ ਨੇ ਕਿਹਾ ਕਿ 35 ਸਾਲ ਦੇ, ਤੁਸੀਂ ਦੇਖਣਾ ਬਿਆਨ ਕਿੱਡਾ ਵੱਡਾ ਜੀ, ਕਿ ਕਹਿੰਦੇ 35 ਸਾਲ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਉਹਨਾਂ ਨੇ ਸਿਰਫ ਪੰਜਾਬ ਦੀ ਸੇਵਾ ਕੀਤੀ ਹੈ। ਜੋ ਬੋਲਿਆ ਜਾ ਰਿਹਾ ਉਹ ਸੱਚ ਨਹੀਂਗਾ। ਵੈਸੇ ਸੇਵਾ ਕਿੰਨੀ ਕੀਤੀ ਆ, ਜੇ ਕਿਸੇ ਦੇ ਲਿੰਕ ਹੋਣ ਤੇ ਅੰਮ੍ਰਿਤਸਰ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਲੈ, ਚੁੱਪ ਕਰਕੇ ਆ ਕੇ ਏਅਰ ਤੇ ਦੱਸੇ ਜਾਂ ਨਾ ਦੱਸੇ ਜੀ। ਤੇ ਪੰਨੂ ਸਾਹਿਬ ਅੱਜ ਨਵਾਂ ਕੀ ਹੈ ਜੀ? ਇਹ ਘਪਲੇ ਨਿਕਲਦੇ ਆਉਣ ਪੰਜਾਬ ਦੇ ਵਿੱਚ ਜਾ ਰਹੀ ਵਿਹਲੀ ਦਿਹਾੜੀ ਨਾ ਇੱਕ ਬੇਲੀ। ਘਪਲੇ ਨਿਕਲਦੇ ਆਉਣ ਪੰਜਾਬ ਦੇ ਵਿੱਚ ਜਾ ਰਹੀ ਵਿਹਲੀ ਦਿਹਾੜੀ ਨਾ ਇੱਕ ਬੇਲੀ। ਕਰ ਗਿਆ ਕਿਧਰੇ ਗੋਦਾਮ ਹੈ ਕੋਈ ਖਾਲੀ, ਮਾਰ ਗਿਆ ਕੋਈ ਜ਼ਮੀਨਾਂ ਨੂੰ ਕਿੱਕ ਬੇਲੀ। ਵਿੰਦੇ ਲੋਕ ਰਹਿੰਦੇ ਫਿਰ ਵੀ ਬੋਲਦੇ ਨਾ, ਨਹੀਂ ਕੋਈ ਖੰਘਦਾ ਵੱਜੇ ਨਾ ਛਿੱਕ ਬੇਲੀ। ਕਹਿੰਦੇ ਦੁਸ਼ਮਣੀ ਐਵੇਂ ਪਾਵਣੀ ਕਿਉਂ, ਵਿਰਲਾ ਡਾਉਂਦਾ ਹੀ ਕੋਈ ਹਿੱਕ ਬੇਲੀ। ਉਲਟਾ ਕਿਸੇ ਥਾਂ ਚੋਰ ਕੋਈ ਆਉਣ ਕਾਬੂ, ਤੁਰ ਪਏ ਉਹਨਾਂ ਦੇ ਮਗਰ ਪੰਚਾਇਤ ਬੇਲੀ। ਉਲਟਾ ਕਿਸੇ ਥਾਂ ਚੋਰ ਕੋਈ ਆਉਣ ਕਾਬੂ, ਤੁਰ ਪਏ ਉਹਨਾਂ ਦੇ ਮਗਰ ਪੰਚਾਇਤ ਬੇਲੀ। ਕਹਿੰਦੇ ਸੱਜਣ ਬਹੁਤ ਸਤਿਕਾਰ ਵਾਲਾ, ਅਸੀਂ ਤਾਂ ਸੁਣੀ ਨਹੀਂ ਕਦੇ ਸ਼ਿਕਾਇਤ ਬੇਲੀ।